ਹੈਲੋ एवरीवन ਅੱਜ ਅਸੀਂ ਕਰਾਂਗੇ 8ਵੀਂ ਦੀ ਐਸਐਸਟੀ ਦੀ ਸਿਵਿਕਸ ਦਾ ਪਾਠ ਨੰਬਰ 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ। ਸਟਾਰਟ ਕਰਦੇ ਹਾਂ, ਧਿਆਨ ਨਾਲ ਸੁਣਿਓ। ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਸੰਵਿਧਾਨ ਲਿਖਣ ਤੋਂ ਪਹਿਲਾਂ ਬਹੁਤ ਸਾਰੇ ਸਿਧਾਂਤ ਨਿਸ਼ਚਿਤ ਕੀਤੇ ਗਏ। ਹਰ ਦੇਸ਼ ਦੇ ਸੰਵਿਧਾਨ ਦੇ ਕੁਝ ਮੌਲਿਕ ਸਿਧਾਂਤ ਹੁੰਦੇ ਹਨ। ਚੀਨ ਦਾ ਸੰਵਿਧਾਨ ਸਾਮਵਾਦੀ ਵਿਚਾਰਧਾਰਾ ਅਤੇ ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਉਦਾਰਵਾਦੀ ਪੂੰਜੀਵਾਦੀ ਵਿਚਾਰਧਾਰਾ ਤੇ ਆਧਾਰਿਤ ਹੈ। ਇਸ ਸਮੇਂ ਚੀਨ ਦੀ ਸਰਕਾਰ ਸਾਮਵਾਦੀ ਵਿਚਾਰਧਾਰਾ ਅਧੀਨ ਕਾਰਜਸ਼ੀਲ ਹੈ। ਅਮਰੀਕਾ ਵਿੱਚ ਇਸ ਸਮੇਂ ਸੰਘਾਤਮਕ ਸ਼ਾਸਨ ਪ੍ਰਣਾਲੀ ਤੇ ਆਧਾਰਿਤ ਸਰਕਾਰ ਸ਼ਾਸਨ ਚਲਾ ਰਹੀ ਹੈ। ਭਾਵੇਂ ਭਾਰਤੀ ਸੰਵਿਧਾਨ ਕਿਸੇ ਵਿਸ਼ੇਸ਼ ਵਿਚਾਰਧਾਰਾ ਤੇ ਆਧਾਰਿਤ ਨਹੀਂ ਹੈ, ਫਿਰ ਵੀ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਬਹੁਤ ਸਾਰੇ ਮੌਲਿਕ ਸਿਧਾਂਤਾਂ ਨੂੰ ਵਿਚਾਰ ਕੇ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ। ਨੈਕਸਟ ਦੇਖੋ, ਸਾਡੇ ਸੰਵਿਧਾਨ ਵਿੱਚ ਬਹੁਤ ਸਾਰੇ ਮੌਲਿਕ ਸਿਧਾਂਤ ਅੰਕਿਤ ਕੀਤੇ ਗਏ, ਸ਼ਾਮਿਲ ਕੀਤੇ ਗਏ ਨੇ, ਲਿਖੇ ਗਏ ਨੇ। ਇਹਨਾਂ ਵਿੱਚੋਂ ਇੱਕ ਮੁੱਖ ਧਰਮ ਨਿਰਪੱਖਤਾ ਦਾ ਸਿਧਾਂਤ ਸੀ। ਇਸ ਸਿਧਾਂਤ ਨੂੰ ਸ਼ਾਮਿਲ ਕਰਨ ਦਾ ਮੁੱਖ ਉਦੇਸ਼ ਦੇਸ਼ ਦੀ ਸਦੀਆਂ ਦੀ ਗੁਲਾਮੀ ਸੀ। ਇਸ ਸਦੀਆਂ ਦੀ ਗੁਲਾਮੀ ਦਾ ਮੁੱਖ ਕਾਰਨ ਧਾਰਮਿਕ ਕੱਟੜਤਾ ਸੀ, ਮਤਲਬ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਲੜਾਇਆ ਜਾਂਦਾ ਸੀ। ਸਦੀਆਂ ਤੋਂ ਸਾਰੇ ਧਰਮਾਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਸੀ, ਭੇਦਭਾਵ ਕੀਤਾ ਜਾਂਦਾ ਸੀ ਸਾਰਿਆਂ ਨਾਲ। ਕਦੇ ਸਾਡਾ ਦੇਸ਼ ਨਸਲਵਾਦ ਦਾ ਸ਼ਿਕਾਰ ਹੁੰਦਾ ਰਿਹਾ, ਕਦੇ ਈਸਾਈ ਧਰਮ ਵੱਡਾ ਧਰਮ ਸਮਝਿਆ ਜਾਂਦਾ ਰਿਹਾ, ਕਦੇ ਮੁਸਲਮਾਨ ਧਰਮ ਦੀ ਪ੍ਰਮੁੱਖਤਾ ਸੀ। ਮਤਲਬ ਕਿ ਕਦੇ ਤਾਂ ਅੰਗਰੇਜ਼ ਆ ਗਏ ਤਾਂ ਈਸਾਈ ਧਰਮ ਨੂੰ ਮੰਨਣ ਲੱਗ ਗਏ। ਜਦੋਂ ਪਹਿਲੇ ਪੁਰਾਣੇ ਸਮੇਂ ਦੇ ਵਿੱਚ ਮੁਗਲਾਂ ਨੇ ਹਮਲਾ ਕੀਤਾ ਤਾਂ ਮੁਸਲਮਾਨ ਧਰਮ ਦੀ ਪ੍ਰਮੁੱਖਤਾ ਸੀ। ਇਸੇ ਧਰਮ ਦੀ ਕੱਟੜਤਾ ਨੇ ਸਾਡੇ ਦੇਸ਼ ਦੇ 1947 ਵਿੱਚ ਦੋ ਟੁਕੜੇ ਕਰ ਦਿੱਤੇ। ਤਾਂ ਮਤਲਬ ਕਿ ਉਦੋਂ ਵੀ ਹਿੰਦੂ ਮੁਸਲਮਾਨ ਸੀ ਜਿਹੜੇ ਧਰਮ ਦੇ ਆਧਾਰ 'ਤੇ ਹੀ ਲੜੇ ਸੀ, ਤਾਂ ਸਾਡੇ ਦੇਸ਼ ਦੇ ਦੋ ਟੁਕੜੇ ਹੋ ਗਏ। ਧਰਮ ਦੇ ਨਾਂ 'ਤੇ ਝਗੜੇ ਤੇ ਦੰਗੇ ਫਸਾਦ ਹੁੰਦੇ ਰਹੇ ਹਨ। ਸੋ ਇਹ ਜ਼ਰੂਰੀ ਸੀ ਕਿ ਸੰਵਿਧਾਨ ਵਿੱਚ ਇੱਕ ਮੌਲਿਕ ਸਿਧਾਂਤ ਧਰਮ ਨਿਰਪੱਖਤਾ ਸ਼ਾਮਿਲ ਕੀਤਾ ਜਾਵੇ। ਇਸ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਧਰਮ ਨਿਰਪੱਖਤਾ ਦਾ ਸਿਧਾਂਤ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ। ਅਰਥਾਤ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦੇ ਸਿਧਾਂਤ 'ਤੇ ਆਧਾਰਿਤ ਹੋਵੇ। ਧਰਮ ਨਿਰਪੱਖ ਰਾਜ ਉਹ ਹੁੰਦਾ ਹੈ ਜਿਸ ਵਿੱਚ ਸਾਰੇ ਧਰਮ ਬਰਾਬਰ ਹੋਣ। ਰਾਜ ਧਾਰਮਿਕ ਮਾਮਲਿਆਂ ਵਿੱਚ ਬਿਲਕੁਲ ਨਿਰਪੱਖ ਰਵੇ, ਉਹ ਕਿਸੇ ਇੱਕ ਧਰਮ ਦੇ ਸਾਈਡ ਨਾ ਲਵੇ। ਰਾਜ ਦਾ ਕੋਈ ਧਰਮ ਨਹੀਂ ਹੁੰਦਾ ਤੇ ਹਰ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਵਿੱਚ ਸੁਤੰਤਰ ਹੁੰਦੇ ਹਨ। ਅਜਿਹੇ ਸਮਾਜ ਜਾਂ ਦੇਸ਼ ਵਿੱਚ ਸਾਰੇ ਵਿਅਕਤੀਆਂ ਕੋਲ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੁੰਦਾ ਹੈ। ਸਾਰੇ ਵਿਅਕਤੀਆਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ, ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਕਿਸੇ ਵੀ ਨਾਗਰਿਕ ਨਾਲ ਧਰਮ ਦੇ ਆਧਾਰ 'ਤੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਜਾਣੀ ਭੇਦਭਾਵ ਨਹੀਂ ਕੀਤਾ ਜਾਂਦਾ। ਧਰਮ ਨਿਰਪੱਖਤਾ ਦੀ ਵੱਡੀ ਉਦਾਹਰਣ ਇਹ ਹੈ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਵੱਖ-ਵੱਖ ਧਰਮਾਂ ਦੇ ਰਹੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਅਤੇ ਬਾਕੀ ਅਹੁਦਿਆਂ 'ਤੇ ਵੀ ਕਈ ਧਰਮਾਂ ਦੇ ਲੋਕ ਰਹੇ ਹਨ। ਸੰਵਿਧਾਨ ਦੇ ਆਦਰਸ਼ਾਂ ਦਾ ਕਾਨੂੰਨ ਦੇ ਰੂਪ ਵਿੱਚ ਪਰਿਵਰਤਨ। ਭਾਰਤੀ ਸੰਵਿਧਾਨ ਦੇ ਮੁੱਢ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਅੰਕਿਤ ਕੀਤੀ ਗਈ। ਪ੍ਰਸਤਾਵਨਾ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਉਸਦੇ ਮੌਲਿਕ ਸਿਧਾਂਤ, ਉਸਦੇ ਆਦਰਸ਼ ਆਦਿ ਦਾ ਵਰਣਨ ਕੀਤਾ ਜਾਂਦਾ ਹੈ। ਪ੍ਰਸਤਾਵਨਾ ਸੰਵਿਧਾਨ ਨਿਰਮਾਤਾਵਾਂ ਦੇ ਮਨ ਦੀ ਕੁੰਜੀ ਹੁੰਦੀ ਹੈ। ਭਾਰਤੀ ਸੰਵਿਧਾਨ ਵਿੱਚ ਸੰਵਿਧਾਨ ਦੇ ਆਦਰਸ਼ ਸੰਪੂਰਨ, ਪ੍ਰਭੂਸੱਤਾ ਸੰਪੰਨ, ਧਰਮ ਨਿਰਪੱਖਤਾ, ਸਭ ਨੂੰ ਬਰਾਬਰ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ, ਗਣਰਾਜ ਆਦਿ ਸ਼ਾਮਿਲ ਕੀਤੇ ਗਏ ਹਨ। ਇਹਨਾਂ ਆਦਰਸ਼ਾਂ ਨੂੰ ਹੀ ਕਾਨੂੰਨੀ ਰੂਪ ਦਿੱਤਾ ਗਿਆ ਹੈ। ਭਾਰਤੀ ਸੰਵਿਧਾਨ ਦਾ ਪਹਿਲਾ ਆਦਰਸ਼ ਅਤੇ ਉਦੇਸ਼ ਅੰਦਰਲੀ ਤੇ ਬਾਹਰਲੀ ਸੁਤੰਤਰਤਾ ਪ੍ਰਾਪਤ ਕਰਨਾ ਹੈ। ਹੁਣ ਭਾਰਤ ਕਿਸੇ ਵਿਦੇਸ਼ੀ ਸ਼ਕਤੀ ਦੇ ਅਧੀਨ ਨਹੀਂ ਹੈ, ਸਗੋਂ ਆਪਣੇ ਵਿਦੇਸ਼ੀ ਮਾਮਲਿਆਂ ਵਿੱਚ ਪੂਰਨ ਰੂਪ ਵਿੱਚ ਆਜ਼ਾਦ ਹੈ। ਸੰਪੂਰਨ ਸ਼ਕਤੀ ਲੋਕਾਂ ਕੋਲ ਹੈ। ਲੋਕਤੰਤਰੀ ਸਰਕਾਰ ਚੱਲਦੀ ਹੈ, ਇਸ ਕਰਕੇ ਵੱਧ ਸ਼ਕਤੀ ਲੋਕਾਂ ਕੋਲ ਹੈ। ਨਿਆਂ। ਅਗਲਾ ਆਦਰਸ਼ ਭਾਰਤ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰ ਵਿੱਚ ਨਿਆਂ ਦਿੰਦਾ ਹੈ। ਸਮਾਜਿਕ ਨਿਆਂ ਦਿੰਦਾ। ਪਹਿਲਾਂ ਸਮਾਜਿਕ ਨਿਆਂ ਤੋਂ ਭਾਵ ਹੈ ਕਿ ਜਾਤ-ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ 'ਤੇ ਕੋਈ ਵਿਤਕਰਾ ਨਾ ਕਰਨਾ। ਕਿਸੇ ਵੀ ਰੰਗ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ ਕੋਈ ਭੇਦਭਾਵ ਨਾ ਕੀਤਾ ਜਾਵੇ। ਸੰਵਿਧਾਨ ਰਾਹੀਂ ਤੀਜੇ ਭਾਗ ਵਿੱਚ ਪਹਿਲਾ ਮੌਲਿਕ ਅਧਿਕਾਰ ਸਮਾਨਤਾ ਦਾ ਅਧਿਕਾਰ ਦਰਜ ਕਰਕੇ ਇਹਨਾਂ ਅਸਮਾਨਤਾਵਾਂ ਨੂੰ ਖਤਮ ਕਰਨ ਦੇ ਪ੍ਰਬੰਧ ਕੀਤੇ ਗਏ। ਜਦੋਂ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਐਕਸਪਲੇਨ ਕੀਤਾ ਗਿਆ ਤਾਂ ਸਭ ਤੋਂ ਪਹਿਲਾ ਅਧਿਕਾਰ ਸਮਾਨਤਾ ਦਾ ਅਧਿਕਾਰ ਹੀ ਦੱਸਿਆ ਗਿਆ। ਆਰਥਿਕ ਨਿਆਂ। ਆਰਥਿਕ ਨਿਆਂ ਤੋਂ ਭਾਵ ਹੈ ਕਿ ਸਮਾਜ 'ਚੋਂ ਆਰਥਿਕ ਨਾ ਬਰਾਬਰੀਆਂ ਦੂਰ ਕਰਕੇ ਆਰਥਿਕ ਅਨਿਆਂ ਨੂੰ ਦੂਰ ਕਰਨਾ, ਮਤਲਬ ਕਿ ਅਮੀਰੀ ਗਰੀਬੀ ਨੂੰ ਖਤਮ ਕਰਕੇ ਸਭ ਨੂੰ ਇੱਕ ਸਮਾਨ ਲੈ ਕੇ ਆਉਣਾ। ਹਰ ਵਿਅਕਤੀ ਨੂੰ ਰੋਜੀ ਰੋਟੀ ਕਮਾਉਣ ਲਈ ਬਰਾਬਰ ਮੌਕੇ ਤੇ ਬਰਾਬਰ ਕੰਮ ਕਰਨ ਲਈ ਬਰਾਬਰ ਤਨਖਾਹਾਂ ਦਿੱਤੀਆਂ ਜਾਣ। ਨਾ ਤਾਂ ਇਹ ਦੇਖਿਆ ਜਾਵੇ ਵੀ ਇਹ ਇੱਕ ਔਰਤ ਆ ਤੇ ਇੱਕ ਮਰਦ ਆ, ਉਹਦੇ ਆਧਾਰ 'ਤੇ ਵੀ ਸਾਨੂੰ ਤਨਖਾਹ ਘੱਟ ਵੱਧ ਨਹੀਂ ਦੇਣੀ ਚਾਹੀਦੀ। ਨਾ ਹੀ ਇਹ ਦੇਖਣਾ ਚਾਹੀਦਾ ਕਿ ਉੱਚੀ ਜਾਤ ਤੇ ਨੀਵੀਂ ਜਾਤ ਹੈ, ਇਸੇ ਆਧਾਰ 'ਤੇ ਵੀ ਕਿਸੇ ਨੂੰ ਤਨਖਾਹ ਵੱਧ ਘੱਟ ਨਹੀਂ ਦੇਣੀ ਹੋਣੀ ਚਾਹੀਦੀ ਤੇ ਆਰਥਿਕ ਨਾ ਬਰਾਬਰੀ ਨੂੰ ਖਤਮ ਕਰਨਾ ਚਾਹੀਦਾ ਹੈ। ਫਿਰ ਆ ਗਿਆ ਰਾਜਨੀਤਿਕ ਨਿਆਂ।
ਸੰਵਿਧਾਨ ਰਾਹੀਂ ਨਾਗਰਿਕਾਂ ਨੂੰ ਰਾਜਨੀਤਿਕ ਨਿਆਂ ਦੇਣ ਲਈ ਬਗੈਰ ਕਿਸੇ ਭੇਦਭਾਵ ਦੇ ਵੋਟ ਦਾ ਅਧਿਕਾਰ, ਚੁਣੇ ਜਾਣ ਦਾ ਅਧਿਕਾਰ, ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ, ਸਰਕਾਰ ਦੀ ਆਲੋਚਨਾ ਦੀ ਸੁਤੰਤਰਤਾ ਆਦਿ ਰਾਜਨੀਤਿਕ ਨਿਆਂ ਦੇਣ ਦਾ ਉਪਰਾਲਾ ਹੈ। ਜੇਕਰ ਕੋਈ ਵੀ ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤੇ ਕਾਨੂੰਨ ਅਨੁਸਾਰ ਸਜ਼ਾ ਮਿਲਦੀ ਹੈ। ਮਤਲਬ ਕਿ ਹਰ ਇੱਕ ਨਾਗਰਿਕ ਨੂੰ ਜਿਹੜਾ 18 ਸਾਲ ਜਾਂ 18 ਸਾਲ ਤੋਂ ਵੱਧ ਆ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ, ਠੀਕ ਆ। ਜਾਂ ਚੋਣ ਉਹ ਇਲੈਕਸ਼ਨ ਵਿੱਚ ਖੜਾ ਵੀ ਹੋ ਸਕਦਾ, ਉਹ ਕਿਸੇ ਸਰਕਾਰੀ ਨੌਕਰੀ 'ਤੇ ਵੀ ਲੱਗ ਸਕਦਾ ਜਾ ਕੇ, ਠੀਕ। ਅਤੇ ਉਹ ਸਰਕਾਰ ਨੂੰ ਕ੍ਰਿਟੀਸਾਈਜ਼ ਵੀ ਕਰਦਾ, ਮਤਲਬ ਉਹਦੇ ਬੁਰੇ ਕੰਮਾਂ ਦੀ ਆਲੋਚਨਾ ਵੀ ਕਰ ਸਕਦਾ। ਸਾਨੂੰ ਕੋਈ ਵੀ ਇਸ ਚੀਜ਼ ਤੋਂ ਨਹੀਂ ਰੋਕ ਸਕਦਾ। ਜੇ ਸਾਨੂੰ ਕੋਈ ਇਸ ਸਾਡੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਤਾਂ ਉਸਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਮਿਲਦੀ ਹੈ। ਪਹਿਲਾ ਹੈਗਾ ਸੁਤੰਤਰਤਾ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੰਵਿਧਾਨ ਦੀ ਧਾਰਾ 19 ਅਨੁਸਾਰ ਵਿਚਾਰ ਪ੍ਰਗਟ ਕਰਨ, ਆਪਣੇ ਵਿਊ ਪੁਆਇੰਟ ਦੱਸਣਾ, ਕਿਸੇ ਵੀ ਸਬਜੈਕਟ 'ਤੇ ਅਸੀਂ ਆਪਣੇ ਵਿਊ ਦੇ ਸਕਦੇ ਹਾਂ। ਵਿਸ਼ਵਾਸ, ਉਪਾਸਨਾ, ਕਿਸੇ ਵੀ ਧਰਮ 'ਚ ਵਿਸ਼ਵਾਸ ਕਰ ਸਕਦੇ ਹਾਂ, ਕਿਸੇ ਦੀ ਵੀ ਪੂਜਾ ਕਰ ਸਕਦੇ ਹਾਂ। ਸਮੁੱਚੇ ਭਾਰਤ ਵਿੱਚ ਘੁੰਮਣ ਫਿਰਨ ਦੀ, ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਆ ਜਾ ਸਕਦੇ ਹਾਂ। ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਦੀ, ਮਤਲਬ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਸਾਨੂੰ ਪਸੰਦ ਲੱਗੇ, ਵਧੀਆ ਲੱਗੇ, ਆਪਣੀ ਕਨਵੀਨੀਅੰਟ ਦੇ ਅਨੁਸਾਰ ਅਸੀਂ ਰਹਿ ਸਕਦੇ ਹਾਂ। ਵਸਣ ਦੀ, ਰੋਜ਼ਗਾਰ ਕਰਨ ਦੀ, ਕੋਈ ਵੀ ਰੋਜ਼ਗਾਰ ਅਪਣਾ ਸਕਦੇ, ਕਿੱਤਾ ਕਰ ਸਕਦੇ ਹਾਂ। ਸੁਤੰਤਰਤਾ ਦਿੱਤੀ ਗਈ। ਸੁਤੰਤਰਤਾਵਾਂ ਨੂੰ ਮੌਲਿਕ ਅਧਿਕਾਰਾਂ ਦੇ ਰੂਪ ਵਿੱਚ ਸੁਰੱਖਿਅਤ ਕੀਤਾ ਗਿਆ ਹੈ। ਨਾਗਰਿਕਾਂ ਨੂੰ ਇਹਨਾਂ ਦੀ ਪ੍ਰਾਪਤੀ ਲਈ ਨਿਆਂਪਾਲਿਕਾ ਦੀ ਸ਼ਰਨ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ। ਅਤੇ ਇਹ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਨਾਗਰਿਕਾਂ ਨੂੰ ਅਧਿਕਾਰ ਦਿੱਤਾ ਗਿਆ ਕਿ ਜੇ ਕੋਈ ਇਹਨਾਂ ਦੇ ਅਧਿਕਾਰ ਦੀ ਉਲੰਘਣਾ ਕਰਦਾ ਪਿਆ ਤਾਂ ਉਹ ਕਾਨੂੰਨ ਦਾ ਦਰਵਾਜ਼ਾ ਖੜਕਾ ਸਕਦੇ ਨੇ। ਫਿਰ ਆ ਗਿਆ ਸਮਾਨਤਾ। ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਵੱਖ-ਵੱਖ ਖੇਤਰਾਂ ਵਿੱਚ ਸਮਾਨਤਾ ਦਿੱਤੀ ਗਈ ਹੈ। ਕਾਨੂੰਨ ਦੇ ਸਾਹਮਣੇ ਸਾਰੇ ਲੋਕ ਸਮਾਨ ਹਨ, ਕੋਈ ਛੋਟਾ ਜਾਂ ਵੱਡਾ ਨਹੀਂ, ਅਮੀਰ ਗਰੀਬ ਨਹੀਂ। ਛੂਤ-ਛਾਤ ਨੂੰ ਸਮਾਪਤ ਕਰ ਦਿੱਤਾ ਗਿਆ। ਛੂਤ-ਛਾਤ ਮਤਲਬ ਕਿ ਜਿਹੜੇ ਛੋਟੇ ਜਾਤਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ ਉਹਨੂੰ ਖਤਮ ਕੀਤਾ ਗਿਆ। ਵਿੱਦਿਅਕ ਅਤੇ ਸੈਨਿਕ ਕਿਤਾਬਾਂ ਨੂੰ ਛੱਡ ਕੇ ਹੋਰ ਹਰ ਪ੍ਰਕਾਰ ਦੀ ਕਿਤਾਬਾਂ ਨੂੰ ਖਤਮ ਕਰ ਦਿੱਤਾ ਗਿਆ। ਮਤਲਬ ਜਿਹੜੇ ਪ੍ਰਾਈਜ਼ ਦਿੱਤੇ ਜਾਂਦੇ ਆ ਜਾਂ ਤਾਂ ਉਹਨਾਂ ਨੂੰ ਐਜੂਕੇਸ਼ਨ ਦੇ ਬੇਸਿਸ 'ਤੇ ਦਿੱਤੇ ਜਾਂਦੇ ਆ, ਜਾਂ ਜਿਹੜੇ ਸੈਨਿਕ ਬੇਸ 'ਤੇ ਹੁੰਦੇ ਆ ਉਹ ਕਿਤਾਬ ਦਿੱਤੇ ਜਾਂਦੇ ਆ, ਪ੍ਰਾਈਜ਼ ਦਿੱਤੇ ਜਾਂਦੇ ਆ। ਉਹ ਤੋਂ ਇਲਾਵਾ ਬਾਕੀ ਸਾਰੇ ਕਿਤਾਬ ਖਤਮ ਕਰ ਦਿੱਤੇ ਗਏ। ਕਿਸੇ ਵਿਸ਼ੇਸ਼ ਧਰਮ, ਜਾਤ, ਸ਼੍ਰੇਣੀ ਜਾਂ ਨਸਲ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਗਿਆ। ਸਾਰੇ ਜਾਤਾਂ ਨੂੰ, ਨਸਲਾਂ ਨੂੰ ਇੱਕੋ ਜਿਹੇ ਅਧਿਕਾਰ ਦਿੱਤੇ ਗਏ, ਕਿਸੇ ਨੂੰ ਕੋਈ ਪ੍ਰਾਇਓਰਟੀ ਨਹੀਂ ਦਿੱਤੀ ਗਈ। ਸਮਾਨਤਾਵਾਂ ਨੂੰ ਲਾਗੂ ਕਰਨ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਨਿਆਂਪਾਲਿਕਾ ਨੂੰ ਨਿਆਂਇਕ ਪੁਨਰ ਨਿਰੀਖਣ ਦਾ ਅਧਿਕਾਰ ਦਿੱਤਾ ਗਿਆ, ਮਤਲਬ ਕਿ ਕਿਸੇ ਵੀ ਚੀਜ਼ ਨੂੰ ਦੁਬਾਰਾ ਤੋਂ ਚੈੱਕ ਕਰ ਸਕਦੇ। ਹੁਣ ਸਾਰੇ ਲੋਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਰਾਬਰ ਹਨ। ਨੈਕਸਟ ਪੁਆਇੰਟ ਆ ਭਾਈਚਾਰਾ। ਭਾਰਤੀ ਸੰਵਿਧਾਨ ਦੀਆਂ ਨਾਗਰਿਕਾਂ ਅੰਦਰ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਭਾਰਤ ਵਿੱਚ ਭਾਈਚਾਰਾ ਭਾਵਨਾ ਵਿਕਸਿਤ ਕਰਨਾ ਵਿਸ਼ੇਸ਼ ਕਰਕੇ ਜ਼ਰੂਰੀ ਹੈ ਕਿਉਂਕਿ ਇੱਥੇ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਵਸਦੇ ਹਨ। ਇਸ ਤੋਂ ਇਲਾਵਾ ਆਜ਼ਾਦੀ ਸੰਗਰਾਮ ਵਿੱਚ ਵੱਡੀਆਂ ਰੁਕਾਵਟਾਂ ਫਿਰਕੂ ਤੱਤਾਂ ਕਾਰਨ ਹੀ ਹਨ, ਜਿਹੜੇ ਧਰਮ ਦੇ ਆਧਾਰ 'ਤੇ ਭੜਕਾਉਂਦੇ ਹਨ, ਉਹਦੇ ਕਰਕੇ ਹੀ ਵੱਡੀਆਂ ਘਟਨਾਵਾਂ ਹੁੰਦੀਆਂ ਨੇ। ਸਾਡੇ ਸੰਵਿਧਾਨ ਦੇ ਵੱਖ-ਵੱਖ ਅਨੁਛੇਦਾਂ ਰਾਹੀਂ ਧਰਮ, ਜਾਤ, ਲਿੰਗ, ਨਸਲ ਆਦਿ ਭੇਦਭਾਵ ਨੂੰ ਖਤਮ ਕੀਤਾ ਗਿਆ। ਰਾਸ਼ਟਰੀ ਏਕਤਾ ਅਤੇ ਅਖੰਡਤਾ। ਸਾਡੇ ਸੰਵਿਧਾਨ ਨਿਰਮਾਤਾ ਰਾਸ਼ਟਰੀ ਏਕਤਾ ਕਾਇਮ ਰੱਖਣ ਦੇ ਚਾਹਵਾਨ ਸਨ। ਇਸ ਆਦਰਸ਼ ਦੀ ਪ੍ਰਾਪਤੀ ਲਈ 42ਵੀਂ ਸੋਧ 1976 ਵਿੱਚ ਹੋਈ ਸੀ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਅਤੇ ਏਕਤਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਭਾਰਤ ਵਿੱਚ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ ਅਤੇ ਜਾਤੀਆਂ ਦੇ ਲੋਕ ਵਸਦੇ ਹਨ ਦੇ ਬਾਵਜੂਦ ਉਹ ਸਮੁੱਚੇ ਤੌਰ 'ਤੇ ਇੱਕ ਰਾਸ਼ਟਰ ਦਾ ਨਿਰਮਾਣ ਕਰਦੇ ਹਨ, ਮਤਲਬ ਕਿ ਸਾਰੇ ਧਰਮ ਮਿਲ ਕੇ ਇੱਕ ਰਾਸ਼ਟਰ, ਇੱਕ ਦੇਸ਼ ਬਣਾਉਂਦੇ ਨੇ। ਇਹਨਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਹਨ। ਇਹ ਆਦਰਸ਼ ਸੰਵਿਧਾਨ ਵਿੱਚ ਸ਼ਾਮਿਲ ਨਹੀਂ ਕੀਤੇ ਗਏ ਹਨ, ਸਗੋਂ ਇਹਨਾਂ ਦੀ ਪਾਲਣਾ ਕਰਨ ਲਈ ਸਖਤ ਕਾਨੂੰਨ ਬਣਾਏ ਗਏ ਹਨ। ਜੇਕਰ ਕੋਈ ਨਾਗਰਿਕ ਇਹਨਾਂ ਨੂੰ ਤੋੜਦਾ ਹੈ ਤਾਂ ਉਹਨਾਂ ਸਖਤ ਸਜ਼ਾ ਦੇਣ ਦਾ ਪ੍ਰਬੰਧ ਹੈ। ਭਾਰਤੀ ਸੰਵਿਧਾਨ ਵਿੱਚ ਬਹੁਤ ਸਾਰੇ ਆਦਰਸ਼ ਸ਼ਾਮਿਲ ਕੀਤੇ ਗਏ ਹਨ। ਇਹਨਾਂ ਦੀ ਪਾਲਣਾ ਹਿੱਤ ਸਖਤ ਕਾਨੂੰਨ ਵੀ ਬਣਾਏ ਗਏ ਹਨ। ਆਦਰਸ਼ ਸ਼ਾਮਿਲ ਕੀਤੇ ਗਏ ਹਨ ਅਤੇ ਇਹਨਾਂ ਨੂੰ ਪਾਲਣ ਕਰਨ ਲਈ ਕਾਨੂੰਨ ਵੀ ਬਣਾਏ ਗਏ ਹਨ। ਪਰ ਆਜ਼ਾਦੀ ਤੋਂ 67 ਸਾਲ ਬਾਅਦ ਵੀ ਅਸੀਂ ਇਹ ਆਦਰਸ਼ ਪੂਰੇ ਨਹੀਂ ਕਰ ਸਕਦੇ। ਅਜੇ ਵੀ ਜਾਤਾਂ, ਨਸਲਾਂ, ਧਰਮ ਅਤੇ ਖੇਤਰਾਂ ਪਿੱਛੇ ਲੜਦੇ ਹਾਂ। ਕੁਝ ਪ੍ਰਾਂਤ ਅਜੇ ਵੀ ਭਾਰਤ ਤੋਂ ਵੱਖ ਹੋਣ ਦੀ ਮੰਗ ਕਰਦੇ ਹਨ। ਮਤਲਬ ਕਿ ਜਿੰਨੇ ਮਰਜ਼ੀ ਸਖਤ ਕਾਨੂੰਨ ਬਣਾਏ ਗਏ, ਲੇਕਿਨ ਹਲੇ ਵੀ ਸਾਡੇ ਦੇਸ਼ ਵਿੱਚ ਹਾਲਾਤ ਇਹ ਹੈ ਕਿ ਲੋਕ ਧਰਮ ਦੇ ਆਧਾਰ 'ਤੇ ਰੰਗ ਭੇਦ, ਨਸਲ ਦਾ ਭੇਦਭਾਵ ਕਰਦੇ ਨੇ ਅਤੇ ਅੱਜ ਵੀ ਕਈ ਖੇਤਰ ਨੇ ਜਿਹੜੇ ਸਾਡੇ ਭਾਰਤ ਤੋਂ ਅਲੱਗ ਹੋਣਾ ਚਾਹੁੰਦੇ। ਇਹਦੇ ਨਾਲ ਹੀ ਲੈਸਨ ਕੰਪਲੀਟ ਹੋ ਗਿਆ। ਆਈ ਹੋਪ ਤੁਹਾਨੂੰ ਸਮਝ ਆ ਜਾਊ।